ਜਿਹੜੇ ਵਿਦੇਸ਼ਾਂ 'ਚ ਬੈਠੇ ਲੋਕ ਨੇ ਉਹ ਭਾਰਤ ਦੇਸ਼ ਨੂੰ ਕਿਤੇ ਨਾ ਕਿਤੇ ਖਰਾਬ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਆਤੰਕੀ ਕਿਹਾ ਗਿਆ ਸੀਗਾ। ਉਹਨਾਂ ਨੂੰ ਇੰਟਰਨਲ ਜਿਹੜੀ ਏਜੰਸੀਆਂ ਨੇ ਦੇਸ਼ ਦੀਆਂ ਜਿਹੜੀ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈਗੀ ਹੈ, ਲੇਕਿਨ ਉਹ ਜਿਹੜੀ ਕਾਗਜ਼ਾਂ 'ਚ ਨਹੀਂ ਹੁੰਦੀ ਹੈਗੀ। ਇਸ ਚੀਜ਼ ਨੂੰ ਲੈ ਕੇ ਦੋਨੇ ਦੇਸ਼ਾਂ ਦੇ ਵਿੱਚ ਇੱਕ ਮਾਹੌਲ ਤਣਾਅਪੂਰਨ ਹੋ ਚੁੱਕਿਆ। ਬਹੁਤ ਗਰਮ ਮਾਹੌਲ ਹੈਗਾ ਇਸ ਟਾਈਮ। ਜਿਹੜੇ ਜਸਟਿਨ ਟਰੂਡੋ ਹੈਗੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ, ਉਹਨਾਂ ਵੱਲੋਂ ਵੀ ਸਖਤ ਜਿਹੜੀ ਹੈਗੀ ਕਾਰਵਾਈ ਕਰਨ ਦੇ ਬਾਰ-ਬਾਰ ਬਿਆਨ ਦਿੱਤੇ ਜਾ ਰਹੇ ਨੇ। ਉਸੇ ਵੇਲੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਹੈਗੇ ਨੇ ਉਹ ਵੀ ਹਮੇਸ਼ਾ ਤੋਂ ਹੀ ਜਿਹੜਾ ਇਸ ਮੁੱਦੇ ਨੂੰ ਔਰ ਲੈ ਕੇ ਚੱਲੇ ਨੇ ਵੀ ਇਹਨਾਂ ਨੂੰ ਖਤਮ ਕੀਤਾ ਜਾਵੇ। ਅੱਛਾ ਜੀ, ਐਕਚੁਅਲੀ ਕੋਈ ਗੱਲ ਐਡੀ ਵੱਡੀ ਨਹੀਂ ਸੀਗੀ ਜਿੱਡੀ ਵੱਡੀ ਜਿਹੜੀ ਆ ਉਹ ਬਣ ਗਈ ਹੈ। ਦੇਖੋ, ਇੱਕ ਪੰਜਾਬੀ ਦੀ ਕਹਾਵਤ ਆ ਵੀ ਜੇ ਕੋਈ ਗਵਾਂਢੀ ਸਾਡੇ ਘਰ ਕੋਈ ਅੜਾਮਾ ਲੈ ਕੇ ਆਵੇ ਵੀ ਤੁਹਾਡੇ ਬੱਚੇ ਨੇ ਆਹ ਕੰਮ ਕੀਤਾ ਤੇ ਅਸੀਂ ਚੱਕ ਕੇ ਉਹਦੇ ਗਲ ਪੈ ਜਾਈਏ, ਉਹ ਵੀ ਗੱਲ ਗਲਤ ਆ। ਮੇਨ ਗੱਲ ਤੇ ਜਾਂਚ ਦੀ ਸੀ ਨਾ ਵੀ ਅਸੀਂ ਵੀ ਤੁਸੀਂ ਸਾਨੂੰ ਸਹਿਯੋਗ ਕਰੋ। ਜਿਹੜਾ ਹਰਦੀਪ ਸਿੰਘ ਨਿੱਜਰ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਮਾਰਿਆ ਗਿਆ, ਜਿਹਨੂੰ ਮਤਲਬ ਅਣਪਛਾਤੇ ਵਿਅਕਤੀਆਂ ਨੇ ਮਾਰਿਆ, ਇਹਦੇ ਜਾਂਚ ਦੇ ਵਿੱਚ ਸਹਿਯੋਗ ਕਰ ਦਿੰਦੇ ਤੇ ਕੋਈ ਉੱਥੇ ਕੰਮ ਖਤਮ ਸੀ, ਇੰਨਾ ਰੌਲਾ ਰੱਪਾ ਪੈਣਾ ਨਹੀਂ ਸੀ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਵੀ ਹਾਲੇ ਤੱਕ ਜੋ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜਸਟਿਸ ਟਰੂਡੋ ਨੇ, ਉਹਨਾਂ ਦੇ ਮੁਤਾਬਕ ਉਹਨਾਂ ਨੂੰ ਸ਼ੱਕ ਹੈ। ਕੋਈ ਠੋਸ ਸਬੂਤ ਇਸ ਗੱਲ ਦਾ ਨਹੀਂ ਮਿਲਿਆ ਕਿ ਸਾਡੀਆਂ ਹਿੰਦੁਸਤਾਨ ਦੀਆਂ ਕੋਈ ਵੀ ਏਜੰਸੀ ਜਾਂ ਡਿਪਲੋਮੈਟਸ ਦੀ ਡਾਇਰੈਕਟ ਇਨਵੋਲਵਮੈਂਟ ਉਸ ਦੇ ਕਤਲ 'ਚ ਨਿਜੜਦੇ ਹੋਵੇ। ਸਿਰਫ ਸ਼ੱਕ ਦੀ ਬਿਨਾ 'ਤੇ ਤੁਸੀਂ ਐਡੀ ਵੱਡੀ ਸਟੇਟਮੈਂਟ ਦੇ ਦੇਣੀ, ਇੰਡੀਆ ਨੂੰ ਇੰਡਕਟ ਕਰ ਦੇਣਾ, ਅਤੇ ਇੰਡਕਟ ਕਰਨ ਨਾਲ ਸਾਡੇ ਰਿਲੇਸ਼ਨ ਦੋਨੋਂ ਕੰਟਰੀ ਦੇ ਜਿਹੜੇ ਬਹੁਤ ਸਬੂਤ ਸੀਗੇ, ਖਾਸ ਤੌਰ 'ਤੇ ਸਾਡੇ ਪੰਜਾਬੀਆਂ ਨੂੰ ਬੜੀ ਇਸ ਗੱਲ ਦੀ ਢਾਹ ਲੱਗੀ ਹੈ। ਦੇਖੋ ਨਾ, ਇਸ ਗੱਲ ਦਾ ਕਿੰਨਾ ਇਫੈਕਟ ਪੈ ਰਿਹਾ ਹੈ ਕਿ ਜਿਹੜੇ ਸਟੂਡੈਂਟਸ ਦਾ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਨਾ ਉਹ ਨਿੱਜੜਦਾ, ਉਹਨਾਂ ਨੇ ਕਦੇ ਨਾਂ ਸੁਣਿਆ ਹੋਵੇ, ਨਾ ਉਹਨਾਂ ਨੇ ਕਦੇ ਕੋਈ ਲਿੰਕ ਹੈ ਉਹਨਾਂ ਦਾ, ਉਹਨਾਂ ਨੂੰ ਉਹ ਡੋਮਿਟਰੀ ਜਿੱਥੇ ਰਹਿੰਦੇ ਸੀ ਉੱਥੋਂ ਘਰੋਂ ਕੱਢੇ ਹੋ ਕਿ ਅਸੀਂ ਨਹੀਂ ਜੀ ਸਿੱਖ ਨੂੰ ਰੱਖਣਾ। ਇਹ ਜਿਹੜੇ ਉੱਥੇ ਖਾਲਿਸਤਾਨ ਦੇ ਚੰਦ ਸਮਰਥਕ ਹੈ, ਸਿੱਖਸ ਬਿਲਕੁਲ ਵੀ ਖਾਲਿਸਤਾਨ ਦੇ ਫੇਵਰ 'ਚ ਇੰਨੇ ਨਹੀਂ ਹੈ। 95% ਤੋਂ ਵੱਧ ਸਿੱਖਸ ਜਿਹੜੇ ਹੈ ਦੇ ਆਰ ਵੈਰੀ ਮਚ ਨੈਸ਼ਨਲਿਸਟਿਕ, ਅਤੇ ਲੇਕਿਨ ਜਿਹੜੇ 5% 4% ਦੇ ਬੰਦੇ ਖਾਲਿਸਤਾਨ ਨੂੰ ਸਮਰਥਕ ਹੈਗੇ, ਉਹਨਾਂ ਨੇ ਇੰਨੀ ਪਾੜ ਪਾਤੀ ਹੈ ਕਿ ਜਿਹੜੀ ਕਿ ਸਾਡੇ ਪੰਜਾਬੀਜ਼ ਨੂੰ ਸਪੈਸ਼ਲੀ ਅਤੇ ਇੰਡੀਅਨਜ਼ ਨੂੰ ਇਨ ਜਨਰਲ ਜਿਹੜੇ ਕੈਨੇਡਾ ਦੇ ਵਿੱਚ ਸੈਟਲਡ ਹੈ, ਉਹਨਾਂ ਦੀ ਲਾਈਫ ਹੀ ਡੇਂਜਰ 'ਚ ਆ ਗਈ। ਦੋਸਤੋ, ਤੁਸੀਂ ਦੇਖ ਰਹੇ ਹੋ ਹਿਊਮਨ ਰਾਈਟਸ ਬੁਲੇਟਿਨ। ਮੈਂ ਹਾਂ ਅਜੇ ਪਾਵਾ ਅਤੇ ਅੱਜ ਅਸੀਂ ਗੱਲਬਾਤ ਕਰਨ ਆਏ ਹੈਗੇ ਹਾਂ ਭਾਰਤ ਅਤੇ ਕੈਨੇਡਾ ਦੇ ਵਿੱਚ ਜਿਹੜਾ ਮਾਹੌਲ ਇਸ ਟਾਈਮ ਗਰਮਾਇਆ ਹੋਇਆ ਹੈਗਾ, ਜਿਹਨੂੰ ਲੈ ਕੇ ਦੋਨੇ ਦੇਸ਼ਾਂ ਦੇ ਵਿੱਚ ਜੋ ਮਾਹੌਲ ਇਸ ਟਾਈਮ ਤਣਾਅਪੂਰਨ ਹੋ ਚੁੱਕਿਆ ਹੈਗਾ। ਕਾਰਨ ਸੀਗਾ ਜਿਹੜੇ ਵਿਦੇਸ਼ਾਂ 'ਚ ਬੈਠੇ ਲੋਕ ਨੇ ਉਹ ਭਾਰਤ ਦੇਸ਼ ਨੂੰ ਕਿਤੇ ਨਾ ਕਿਤੇ ਖਰਾਬ ਕਰਨਾ ਚਾਹੁੰਦੇ ਨੇ। ਉਹਨਾਂ ਨੂੰ ਆਤੰਕੀ ਕਿਹਾ ਗਿਆ ਸੀਗਾ। ਉਹਨਾਂ ਨੂੰ ਇੰਟਰਨਲ ਜਿਹੜੀ ਏਜੰਸੀਆਂ ਨੇ ਦੇਸ਼ ਦੀਆਂ ਜਿਹੜੀ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈਗੀ ਹੈ, ਲੇਕਿਨ ਉਹ ਜਿਹੜੀ ਕਾਗਜ਼ਾਂ 'ਚ ਨਹੀਂ ਹੁੰਦੀ ਹੈਗੀ। ਇਸ ਚੀਜ਼ ਨੂੰ ਲੈ ਕੇ ਦੋਨੇ ਦੇਸ਼ਾਂ ਦੇ ਵਿੱਚ ਇੱਕ ਮਾਹੌਲ ਤਣਾਅਪੂਰਨ ਹੋ ਚੁੱਕਿਆ। ਬਹੁਤ ਗਰਮ ਮਾਹੌਲ ਹੈਗਾ ਇਸ ਟਾਈਮ। ਜਿਹੜੇ ਜਸਟਿਨ ਟਰੂਡੋ ਹੈਗੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ, ਉਹਨਾਂ ਵੱਲੋਂ ਵੀ ਸਖਤ ਜਿਹੜੀ ਹੈਗੀ ਕਾਰਵਾਈ ਕਰਨ ਦੇ ਬਾਰ-ਬਾਰ ਬਿਆਨ ਦਿੱਤੇ ਜਾ ਰਹੇ ਨੇ। ਉਸੇ ਵੇਲੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜਿਹੜੇ ਹੈਗੇ ਨੇ ਉਹ ਵੀ ਹਮੇਸ਼ਾ ਤੋਂ ਹੀ ਜਿਹੜਾ ਇਸ ਮੁੱਦੇ ਨੂੰ ਔਰ ਲੈ ਕੇ ਚੱਲੇ ਨੇ ਵੀ ਇਹਨਾਂ ਨੂੰ ਖਤਮ ਕੀਤਾ ਜਾਵੇ। ਲੇਕਿਨ ਜਿਹੜਾ ਮਾਹੌਲ ਗਰਮਾਇਆ ਹੈਗਾ ਉਹਨੂੰ ਖਤਮ ਕਰਨ ਨੂੰ ਲੈ ਕੇ ਲੋਕਾਂ ਦੀ ਜਿਹੜੀ ਆਮ ਰਾਏ ਹੈਗੀ ਹੈ, ਲੋਕਾਂ ਦੀ ਜਿਹੜੀ ਹੈਗੀ ਸਾਂਝ ਪਾਉਣ ਦੀ ਹੈਗੀ ਵੀ ਦੋ ਦੇਸ਼ਾਂ ਦੇ ਵਿਚਕਾਰ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ। ਮੇਰੇ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਨ ਨੂੰ ਮੌਜੂਦ ਨੇ ਸਤਨਾਮ ਸਿੰਘ ਧਾਲੀਵਾਲ, ਜਿਹੜੇ ਕਿ ਯੂਨੀਵਰਸਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ। ਉਸ ਤੋਂ ਬਾਅਦ ਮੇਰੇ ਨਾਲ ਹੈਗੇ ਨੇ ਐਡਵੋਕੇਟ ਪਾਠਕ ਜੀ, ਜਿਹੜੇ ਖਾਸ ਜਾਣਕਾਰ ਨੇ ਇਹਨਾਂ ਕੇਸਾਂ ਨੂੰ ਲੈ ਕੇ, ਔਰ ਕੀ ਕਾਰਨ ਹੋਏਗਾ, ਕੀ ਰੀਜ਼ਨ ਹੈਗਾ, ਸਾਰੀ ਬਸ ਅਸੀਂ ਗੱਲਬਾਤ ਕਰਾਂਗੇ। ਸਤਨਾਮ ਜੀ, ਜਿਹੜਾ ਮਾਹੌਲ ਗਰਮਾਇਆ ਹੋਇਆ ਹੈਗਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਦੋ ਦੇਸ਼ ਇੰਨੇ ਬਹੁਤ ਪੁਰਾਣੇ ਦੋਸਤ ਹੈਗੇ ਨੇ ਔਰ ਆਪਣੇ ਜਿਹੜੇ ਲੋਕਾਂ ਵਾਸਤੇ ਇੰਨਾ ਪਿਆਰ ਰੱਖਦੇ ਨੇ, ਪ੍ਰਧਾਨ ਮੰਤਰੀ ਬਥੇਰੇ ਆਏ ਅਤੇ ਬਥੇਰੇ ਗਏ, ਲੇਕਿਨ ਜੋ ਦੇਸ਼ਾਂ ਦੇ ਵਿੱਚ ਪਿਆਰ ਹਮੇਸ਼ਾ ਬਣਿਆ ਰਹੇ ਅਤੇ ਲੋਕ ਜਿਹੜੀ ਆਪਸੀ ਭਾਈਚਾਰਾ ਬਹੁਤ ਹੈਗਾ। ਅੱਛਾ ਜੀ, ਐਕਚੁਅਲੀ ਕੋਈ ਗੱਲ ਐਡੀ ਵੱਡੀ ਨਹੀਂ ਸੀਗੀ
ਜਿੱਡੀ ਵੱਡੀ ਜਿਹੜੀ ਆ ਉਹ ਬਣ ਗਈ ਹੈ। ਦੇਖੋ ਇੱਕ ਪੰਜਾਬੀ ਦੀ ਕਹਾਵਤ ਆ ਵੀ ਜੇ ਕੋਈ ਗਵਾਂਢੀ ਸਾਡੇ ਘਰ ਕੋਈ ਅੜਾਮਾ ਲੈ ਕੇ ਆਵੇ ਵੀ ਤੁਹਾਡੇ ਬੱਚੇ ਨੇ ਆਹ ਕੰਮ ਕੀਤਾ ਤੇ ਅਸੀਂ ਚੱਕ ਕੇ ਉਹਦੇ ਗਲ ਪੈ ਜਾਈਏ, ਉਹ ਵੀ ਗੱਲ ਗਲਤ ਆ। ਮੇਨ ਗੱਲ ਤੇ ਜਾਂਚ ਦੀ ਸੀ ਨਾ ਵੀ ਅਸੀਂ ਵੀ ਤੁਸੀਂ ਸਾਨੂੰ ਸਹਿਯੋਗ ਕਰੋ। ਜਿਹੜਾ ਹਰਦੀਪ ਸਿੰਘ ਨਿੱਜਰ ਜਿਹੜਾ ਪਾਕਿਸਤਾਨ ਮਤਲਬ ਕੈਨੇਡਾ ਦੇ ਵਿੱਚ ਜਿਹੜਾ ਮਾਰਿਆ ਗਿਆ, ਜਿਹਨੂੰ ਮਤਲਬ ਅਣਪਛਾਤੇ ਵਿਅਕਤੀਆਂ ਨੇ ਮਾਰਿਆ, ਜਾਂਚ ਸਹਿਯੋਗ ਦੀ ਏਡੀ ਕੋਈ ਗੱਲ ਨਹੀਂ। ਤੁਸੀਂ ਦੇਖਿਆ ਹੋਣਾ ਆਪਣੇ ਪਠਾਨਕੋਟ 에ਅਰ ਬੇਸ 'ਤੇ ਅਟੈਕ ਹੋਇਆ ਸੀ ਤੇ ਜੇ ਬੜਾ ਮੁੱਦਾ ਉੱਠਿਆ ਸੀ, ਜੇ ਆਪਣੇ ਦੇਸ਼ ਨੇ ਮੰਗ ਕੀਤੀ ਤਾਂ ਪਾਕਿਸਤਾਨ ਦੀ ਟੀਮ ਇੱਥੇ ਆਈ ਸੀ ਤੇ ਉਹਦੀ ਜਾਂਚ ਕੀਤੀ ਗਈ ਸੀ। ਇਹ ਜੇ ਜਾਂਚ ਦੇ ਵਿੱਚ ਸਹਿਯੋਗ ਕਰ ਦਿੰਦੇ ਤੇ ਕੋਈ ਡੇ ਉੱਥੇ ਕੰਮ ਖਤਮ ਸੀ, ਇੰਨਾ ਰੌਲਾ ਰੱਪਾ ਪੈਣਾ ਨਹੀਂ ਸੀ। ਜਿਹੜਾ ਇਹਨਾਂ ਨੇ ਇੱਕ ਸ਼ਬਦ ਦੀ ਵਰਤੋਂ ਕੀਤੀ ਹੈ ਉਸ ਤੋਂ ਜ਼ਿਆਦਾ ਕੈਨੇਡੀਅਨ ਪ੍ਰਧਾਨ ਮੰਤਰੀ ਕਹਿੰਦੇ ਨਾਰਾਜ਼ ਦਿਸ ਰਹੇ ਨੇ। ਕਿਹਾ ਗਿਆ ਵੀ ਜਿਹੜਾ ਆਤੰਕੀ ਹੁੰਦੇ ਉਹਨਾਂ ਦਾ ਜੰਨਤ ਹੈਗੀ ਹੈ, ਦੋ ਦੇਸ਼ਾਂ ਦਾ ਨਾਮ ਕਹਿ ਦਿੱਤਾ ਗਿਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਪਾਕਿਸਤਾਨ ਦੇਸ਼ ਵੱਲੋਂ ਕਿਹਾ ਗਿਆ ਸੀ, ਦੂਸਰਾ ਕੈਨੇਡਾ ਕਹਿ ਦਿੱਤਾ ਗਿਆ ਹੈਗਾ। ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਕੈਨੇਡਾ ਦੇ ਵਿੱਚ ਆਪਣੇ ਪੰਜਾਬੀ ਵੀ ਵਸਦੇ ਨੇ ਔਰ ਪੰਜਾਬੀ ਜਿਹੜਾ ਆਪਣਾ ਖਾ ਰਹੇ ਨੇ, ਕਮਾ ਰਹੇ ਨੇ, ਆਪਣੇ ਪਰਿਵਾਰਾਂ ਨੂੰ ਵੀ ਪਾਲ ਰਹੇ ਨੇ? ਦੇਖੋ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਉੱਤੇ ਬਲੂ ਸਟਾਰ ਹਮਲੇ ਤੋਂ ਬਾਅਦ ਜਿਹੜੇ ਸਿੱਖ ਕਈ ਸਿੱਖ ਜਿਹੜੇ ਆ ਉਹ ਖਾੜਕੂਵਾਦ ਸੰਘਰਸ਼ ਦੇ ਵਿੱਚ ਪੈ ਗਏ। ਕਈ ਵਿੱਚੋਂ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਕਈ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ, ਕਈ ਜਾ ਕੇ ਬਾਹਰਲੇ ਦੇਸ਼ਾਂ 'ਚ ਵਸ ਗਏ, ਉਹ ਮਤਲਬ ਬਲੈਕ ਲਿਸਟ ਪਾਤੇ ਦੇ। ਕਈ ਹੁਣ ਤੱਕ ਵੀ ਜੇਲ੍ਹਾਂ ਦੇ ਵਿੱਚ ਬੰਦ ਹੈ, ਜਿਹੜੇ ਬਜ਼ੁਰਗ ਹੋ ਚੁੱਕੇ ਆ, ਜਿਨ੍ਹਾਂ ਬਾਰੇ ਆਪਾਂ ਗੱਲਬਾਤ ਕਰਦੇ ਆ। ਮਤਲਬ ਜੇ ਉਹ ਨਾ ਜਾਂਦੇ ਤੇ ਉਹਨਾਂ ਨੂੰ ਵੀ ਸ਼ਾਇਦ ਇੱਥੇ ਮਾਰ ਦਿੰਦੇ ਜੇ ਨਾ ਆਪਣੇ ਆਪ ਨੂੰ ਬਚਾਉਂਦੇ। ਅਸੀਂ ਤਾਂ ਜਿਹੜੀ ਬਲੈਕ ਲਿਸਟ ਆ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਹਾਂ ਵੀ ਇਹ ਬੜੀ ਤਕੜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ ਵੀ ਕਮ ਸੇ ਕਮ, ਕਿਉਂਕਿ ਜਿਹੜੇ ਵੀ ਸਿੱਖ ਯੂਥ ਜਿਹੜਾ ਜਿਹਨੇ ਹਥਿਆਰਬੰਦ ਸੰਘਰਸ਼ ਦੇ ਵਿੱਚ ਜਦੋਂ ਪਏ ਸੀਗੇ ਬਲੂ ਸਟਾਰ ਤੋਂ ਬਾਅਦ, ਉਹਨਾਂ ਦੀ ਕਿਤੇ ਵੀ ਕੋਈ ਪਰਸਨਲ ਲੜਾਈ ਨਹੀਂ ਸੀ। ਉਹ ਜਸਟ ਇੱਕ ਧਾਰਮਿਕ ਭਾਵਨਾ ਦੇ ਵਿੱਚ ਉਹਨਾਂ ਦੀ ਉਦੋਂ ਉਮਰ ਪੈਨ ਕਾਪੀ ਦੀ ਸੀ, ਮਤਲਬ ਲਿਖਣ ਦੀ, ਪੜ੍ਹਨ ਦੀ ਸੀ, ਕਿ ਉਦੋਂ ਧਾਰਮਿਕ ਭਾਵਨਾ 'ਚ ਆ ਕੇ ਇਸ ਸਾਈਡ ਪੈ ਗਏ ਸੀ। ਕੋਈ ਪਰਸਨਲ ਉਹਨਾਂ ਦੇ ਦੋਸ਼ ਨਹੀਂ ਸੀ। ਧਾਰਮਿਕ ਭਾਵਨਾ ਵੀ ਕਹਿ ਸਕਦੇ ਹੋ, ਇਹ ਮਜਬੂਰੀਆਂ ਕਹਿ ਸਕਦੇ ਹੋ ਤੁਸੀਂ। ਉਸ ਟਾਈਮ ਮਜਬੂਰੀ ਕਿਸੇ ਦੀ ਵੀ ਨਹੀਂ ਸੀ। ਜੇ ਅੱਜ ਤੱਕ ਕੋਈ ਜਾਂਚ ਦੱਸ ਦਿਓ ਵੀ ਕਿ ਕੋਈ ਵੀ ਜਿਹੜਾ ਸੰਘਰਸ਼ ਦੇ ਵਿੱਚ ਪਿਆ, ਕਿਸੇ ਦੀ ਕੋਈ ਜ਼ਮੀਨ ਦੀ ਲੜਾਈ ਸੀ, ਕਿਸੇ ਦੀ ਕੋਈ ਪੈਸੇ ਦੀ ਲੜਾਈ ਸੀ, ਕਿਸੇ ਚੀਜ਼ ਦੀ ਕੋਈ ਲੜਾਈ ਨਹੀਂ ਸੀ। ਉਹ 'ਤੇ ਇੱਕ ਧਾਰਮਿਕ ਭਾਵਨਾ, ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਉਸ ਤੋਂ ਬਾਅਦ ਮਤਲਬ ਉਹ ਪੈ ਗਈ। ਲੇਕਿਨ ਆਪਾਂ ਉਹ ਗੱਲਾਂ ਨੂੰ ਹੁਣ ਯਾਦ ਨਹੀਂ ਕਰਦੇ। ਲੇਕਿਨ ਜਿਹੜਾ ਅੱਜ ਦਾ ਮਾਹੌਲ ਹੈਗਾ ਵਾ, ਦੋਨੇ ਦੇਸ਼ ਤਰੱਕੀਆਂ ਦੀ ਰਾਹ 'ਤੇ ਹੈਗੇ ਨੇ ਤੇ ਦੋਨੇ ਦੇਸ਼ਾਂ ਦੇ ਵਿੱਚ ਜਿਹੜੇ ਸਟੂਡੈਂਟਸ ਵੀ ਆ ਰਹੇ ਨੇ ਤੇ ਜਾ ਰਹੇ ਨੇ, ਜਿਹੜੇ ਲੋਕ ਉੱਥੇ ਬਿਜ਼ਨਸ ਕਰ ਰਹੇ ਨੇ, ਉਹਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਨੇ। ਵੱਡੇ ਵੱਡੇ ਫੈਸਲੇ ਲੈਣ ਦੇ ਜਿਹੜੇ ਚਾਂਸਸ ਬਣੇ, ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਪੈਦਾ ਹੋ ਚੁੱਕਿਆ ਹੈਗਾ। ਤੁਹਾਨੂੰ ਕੀ ਲੱਗਦਾ ਇਸ ਜਿਹੜਾ ਮਾਹੌਲ ਬਣ ਗਿਆ ਹੈਗਾ, ਇਹਨੂੰ ਖਤਮ ਕਰਨਾ ਚਾਹੀਦਾ ਹੈਗਾ, ਦੋਨੇ ਦੇਸ਼ਾਂ ਨੂੰ ਬਹਿ ਕੇ ਨਿਪਟਾਉਣਾ ਚਾਹੀਦਾ? ਦੇਖੋ ਮੈਂ ਤਾਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਇਹ ਮਾਹੌਲ ਇੱਦਾਂ ਦਾ ਬਣਨਾ ਹੀ ਨਹੀਂ ਸੀ ਚਾਹੀਦਾ, ਕਿਉਂਕਿ ਐਡੀ ਵੱਡੀ ਕੋਈ ਗੱਲ ਨਹੀਂ ਸੀ, ਕੋਈ ਜਾਂਚ ਦੀ ਗੱਲ ਸੀ, ਕੋਈ ਸਿੱਧਾ ਨਾਂ ਤਾਂ ਨਹੀਂ। ਹੁਣ ਸ਼ੱਕ ਦੇ ਵਿੱਚ, ਸ਼ੱਕ ਦੀ ਗੱਲ ਆ, ਸ਼ੱਕ ਦੇ ਵਿੱਚ ਜੇ ਕਿਤੇ ਜਾਂਚ ਦੇ ਵਿੱਚ ਲੈ ਕੇ ਤੇ ਇਹ ਕੱਲ੍ਹ ਨੂੰ ਨਿਰਦੋਸ਼ ਮਤਲਬ ਹੁੰਦਾ ਵੀ ਇੰਡੀਆ ਦਾ ਕੋਈ ਕਸੂਰ ਨਹੀਂ, ਤੇ ਇੰਡੀਆ ਨੇ ਬੜਾ ਉੱਚਾ ਉੱਠਣਾ ਸੀ ਇਹ ਗੱਲ ਦੇ ਵਿੱਚ। ਆਪਣਾ ਜਿਹੜਾ ਭਾਰਤ ਇੰਡੀਆ ਤੇ ਹੁਣ ਇਹਨਾਂ ਦੇ ਵੀ ਨਹੀਂ ਆ, ਭਾਰਤ ਦਾ ਨਾਮ ਬਹੁਤ ਉੱਚਾ ਉੱਠਣਾ ਸੀ ਵੀ ਇਹ ਮਤਲਬ ਸਹੀ ਆ। ਮਤਲਬ ਜਾਂਚ ਦੇ ਵਿੱਚ ਆ ਕੇ ਇਹ ਗੱਲ ਕਰਦੇ ਜ਼ਿਆਦਾ ਵਧੀਆ ਸੀ, ਕਿਉਂਕਿ ਜਾਂਚ ਤੋਂ ਭੱਜਦੇ ਨਾ। ਹੁਣ ਆਮ ਹੀ ਆਪਾਂ ਇੱਕ ਦੇਖੀਏ, ਆਪਾਂ ਤੇ ਕੋਈ ਐਲੀਗੇਸ਼ਨ ਕਿਸੇ 'ਤੇ ਕੋਈ ਲੱਗਦਾ ਤੇ ਜੇ ਜਾਂਚ 'ਚੋਂ ਭੱਜੂਗਾ ਤੇ ਉਹਨੂੰ ਦੋਸ਼ੀ ਕਰਨਗੇ ਵੀ ਇਹ ਦੋਸ਼ੀ ਆ। ਲੇਕਿਨ ਭਾਰਤ ਵੱਲੋਂ ਹਮੇਸ਼ਾ ਇਹੀ ਕਿਹਾ ਗਿਆ ਸਾਨੂੰ ਜਾਂਚ 'ਚ ਸਹਿਯੋਗ ਦਿਓ ਤੇ ਅਸੀਂ ਕਾਰਵਾਈ ਕਰਨੀ ਹੈਗੀ। ਨਹੀਂ, ਜਾਂਚ ਦੇ ਵਿੱਚ ਸਹਿਯੋਗ ਤਾਂ ਇਸ ਵੇਲੇ ਕੈਨੇਡਾ ਨੇ ਮੰਗਿਆ। ਆਪਣੇ ਜਿਹੜੇ ਜਸਟਿਨ ਟਰੂਡੋ ਜੀ ਆ, ਜਦੋਂ ਇੱਥੋਂ ਆਏ ਆ ਤੇ ਉਹਨਾਂ ਇੱਥੇ ਵੀ ਗੱਲ ਕੀਤੀ ਆ ਕੇ ਵੀ ਸਾਨੂੰ ਆਹ ਸ਼ੱਕ ਆ ਵੀ ਸਹਿਯੋਗ ਕਰੋ। ਸਹਿਯੋਗ ਤੋਂ ਇਸੇ ਗੱਲ ਤੋਂ ਹੀ ਬਾਅਦ ਦੇ ਵਿੱਚ ਜਦੋਂ ਨਹੀਂ ਮੰਨੇ ਤੇ ਉੱਥੇ ਜਾ ਕੇ ਉਹਨਾਂ ਬਿਆਨ ਦਿੱਤਾ। ਪਰ ਤੁਹਾਨੂੰ ਪਤਾ ਹੈਗਾ ਸਾਡਾ ਜਿਹੜਾ ਪ੍ਰਧਾਨ ਮੰਤਰੀ, ਉਹ ਅੜੀਅਲ ਰਵੱਈਏ ਦਾ ਪ੍ਰਧਾਨ ਮੰਤਰੀ, ਉਹ ਨਹੀਂ ਮੰਨੇਗਾ ਇਸ ਗੱਲ ਨੂੰ। ਦੇਖੋ ਪਬਲਿਕ ਨੂੰ ਧਿਆਨ 'ਚ ਰੱਖ ਕੇ, ਕਿਉਂਕਿ 24 ਦੀ ਜਿਹੜੀ ਇਲੈਕਸ਼ਨ ਆ ਉਹ ਲੱਗੇ ਆ ਤੇ ਸਾਡੇ ਭਾਰਤ ਦੇ ਵਿੱਚੋਂ ਮੈਕਸੀਮਮ ਲੋਕ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਸਾਰੇ ਥਾਂ ਵਸੇ ਪਏ ਆ। ਸਾਡੇ ਬੱਚੇ ਜਿਹੜੇ ਆ, ਮੇਰਾ ਖਿਆਲ ਆ ਜੇ ਇੱਕ ਘਰ ਛੱਡਦੀ ਆ, ਦੂਜੇ ਘਰ ਦਾ ਬੱਚਾ ਜਿਹੜਾ ਉਹ ਕੈਨੇਡਾ ਆ। ਨਹੀਂ, ਤੁਹਾਨੂੰ ਕੀ ਲੱਗਦਾ ਹੈਗਾ? ਦੇਖੋ ਲਾਸਟ ਟਾਈਮ ਵੀ ਜਿਹੜਾ ਆਪਣੇ ਪ੍ਰਧਾਨ ਮੰਤਰੀ ਮੋਦੀ ਸੀਗੇ, ਕੈਨੇਡਾ ਗਏ ਸੀਗੇ, ਹੋਰ ਵਿਦੇਸ਼ਾਂ 'ਚ ਵੀ ਗਏ ਸੀਗੇ। ਕੈਨੇਡਾ ਦੇ ਵਿੱਚ ਵੀ ਮੋਦੀ ਦੇ ਨਾਅਰੇ ਲੱਗੇ ਸੀਗੇ। ਲਿੱਕੀ ਉਹਨਾਂ ਦੀ ਜਿਹੜੀ ਲੋਕਪ੍ਰਿਅਤਾ ਹੈਗੀ ਜਿਹੜਾ ਹੈਗਾ ਖਤਮ ਹੋ ਜਾਏਗੀ? ਨਹੀਂ, ਮੈਂ ਲੋਕਪ੍ਰਿਯਤਾ ਦੀ ਇਹ ਗੱਲ ਨਹੀਂ ਕਰਦਾ। ਮੈਂ ਇਹ ਗੱਲ ਕਰਦਾ ਵੀ
ਇਹਨੂੰ ਮਤਲਬ ਖਤਮ ਕਰਨਾ ਚਾਹੀਦਾ। ਇਸ ਮੁੱਦੇ ਨੂੰ ਕੋਈ ਬਹੁਤਾ ਵੱਡਾ ਮੁੱਦਾ ਨਹੀਂ ਹੈ, ਦੋਨਾਂ ਦੇਸ਼ਾਂ ਦੇ ਮੁਖੀਆਂ ਨੂੰ ਬਹਿ ਕੇ ਆਪਸ ਵਿੱਚ ਗੱਲਬਾਤ ਕਰਕੇ ਖਤਮ ਕਰਨਾ ਚਾਹੀਦਾ। ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੀ ਜੇ ਹੁਣ ਸਾਡੇ ਬੱਚੇ ਸਫ਼ਰ ਕਰਦੇ ਆ, ਜਿੱਦਾਂ ਮੈਂ ਦੱਸਿਆ, ਹਰ ਇੱਕ ਘਰ ਛੱਡ ਕੇ ਦੂਜੇ ਘਰ ਦਾ ਬੱਚਾ, ਤੇ ਫਿਰ ਉਹਨਾਂ ਦਾ ਰਵੱਈਆ ਤੇ 2024 'ਚ ਕੀ ਹੋਊਗਾ ਇਹ ਅੰਦਾਜ਼ਾ ਲਾਇਆ ਜਾ ਸਕਦਾ। ਮੌਜੂਦ ਨੇ ਜੀ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਜਿਹੜੇ ਪਾਠਕ ਸਰ ਨੇ, ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਨੇ ਔਰ ਇਹਨਾਂ ਦੀ ਜਿਹੜੀ ਐਡਵਾਈਸ ਹੈਗੀ ਹੈ ਸਰਕਾਰ ਨੂੰ ਕੀ ਹੈਗੀ ਹੈ, ਕਿਉਂਕਿ ਦੋਨੇ ਦੇਸ਼ਾਂ ਦਾ ਜਿਹੜਾ ਮਾਮਲਾ ਹੈਗਾ ਉਹਦੇ ਵਿੱਚ ਕਿਤੇ ਨਾ ਕਿਤੇ ਆਮ ਜਨਤਾ ਜਿਹੜਾ ਹੈਗਾ ਖਰਾਬ ਹੋ ਰਹੀ ਹੈਗੀ। ਪਾਠਕ ਸਰ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਵੀ ਹਾਲੇ ਤੱਕ ਜੋ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਜਸਟਿਸ ਟਰੂਡੋ ਨੇ, ਉਹਨਾਂ ਦੇ ਮੁਤਾਬਕ ਉਹਨਾਂ ਨੂੰ ਸ਼ੱਕ ਹੈ, ਕੋਈ ਠੋਸ ਸਬੂਤ ਇਸ ਗੱਲ ਦਾ ਨਹੀਂ ਮਿਲਿਆ ਕਿ ਸਾਡੀਆਂ ਹਿੰਦੁਸਤਾਨ ਦੀਆਂ ਕੋਈ ਵੀ ਏਜੰਸੀ ਜਾਂ ਡਿਪਲੋਮੈਟਸ ਦੀ ਡਾਇਰੈਕਟ ਇਨਵੋਲਵਮੈਂਟ ਉਸ ਦੇ ਕਤਲ 'ਚ ਨਿਜੜਦੇ ਹੋਵੇ। ਸਿਰਫ ਸ਼ੱਕ ਦੀ ਬਿਨਾ 'ਤੇ ਤੁਸੀਂ ਐਡੀ ਵੱਡੀ ਸਟੇਟਮੈਂਟ ਦੇ ਦੇਣੀ, ਇੰਡੀਆ ਨੂੰ ਇੰਡਕਟ ਕਰ ਦੇਣਾ, ਅਤੇ ਇੰਡਕਟ ਕਰਨ ਨਾਲ ਸਾਡੇ ਰਿਲੇਸ਼ਨ ਦੋਨੋਂ ਕੰਟਰੀਜ਼ ਦੇ ਜਿਹੜੇ ਬਹੁਤ ਸਬੂਤ ਸੀਗੇ, ਖਾਸ ਤੌਰ 'ਤੇ ਸਾਡੇ ਪੰਜਾਬੀਆਂ ਨੂੰ ਬੜੀ ਇਸ ਗੱਲ ਦੀ ਢਾਹ ਲੱਗੀ ਹੈ ਕਿ ਸਾਡੇ ਤਾਂ ਪੰਜਾਬ 'ਚੋਂ ਆਲਮੋਸਟ ਇੱਕ ਛੱਡ ਕੇ ਦੂਜੇ 'ਚੋਂ ਕੈਨੇਡਾ ਬੰਦੇ ਬੈਠੇ ਹੈ। ਸਾਡੀਆਂ ਬੇਟੀਆਂ, ਸਾਡੀਆਂ ਸਿਸਟਰਸ, ਸਾਡੇ ਬ੍ਰਦਰਸ ਉੱਥੇ ਪੰਜਾਬ ਦੇ ਮੈਕਸੀਮਮ ਬਰੈਂਪਟਨ, ਟੋਰਾਂਟੋ, ਸਾਰੇ ਵਗੈਰਾ 'ਚ ਆਮ ਹੀ ਬੈਠੇ ਹੈ, ਅਤੇ ਉਹਨਾਂ ਦੇ ਸਾਰਿਆਂ ਦੀ ਲਾਈਫ ਜਿਹੜੀ ਹੈ ਉਹ ਦੈਟ ਕਮਸ ਇਨ ਡੇਂਜਰ। ਹੁਣ ਮੈਨੂੰ ਕੱਲ੍ਹ ਹੀ ਪਤਾ ਲੱਗਿਆ ਕਿ ਕੁਝ ਬੰਦਿਆਂ ਨੇ, ਈਵਨ ਸਾਡੇ ਸਿੱਖ ਨੌਜਵਾਨ ਜਿਹੜੇ ਕਿ ਉੱਥੇ ਸਟੂਡੈਂਟ ਸੀਗੇ, ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਆਪਣਾ ਕਾਇਦਾਰ ਨਹੀਂ ਰੱਖਣਾ। ਦੇਖੋ ਨਾ, ਇਸ ਗੱਲ ਦਾ ਕਿੰਨਾ ਇਫੈਕਟ ਪੈ ਰਿਹਾ ਹੈ ਕਿ ਜਿਹੜੇ ਸਟੂਡੈਂਟਸ ਦਾ ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਨਾ ਉਹ ਨਿੱਜੜਦਾ, ਉਹਨਾਂ ਨੇ ਕਦੇ ਨਾਂ ਸੁਣਿਆ ਹੋਵੇ, ਨਾ ਉਹਨਾਂ ਨੇ ਕਦੇ ਕੋਈ ਲਿੰਕ ਹੈ ਉਹਨਾਂ ਦਾ, ਉਹਨਾਂ ਨੂੰ ਉਹ ਡੋਮੀਟਰੀ ਜਿੱਥੇ ਰਹਿੰਦੇ ਸੀ ਉੱਥੋਂ ਘਰੋਂ ਕੱਢੇ ਹੋ ਕਿ ਅਸੀਂ ਨਹੀਂ ਜੀ ਸਿੱਖ ਨੂੰ ਰੱਖਣਾ। ਮਤਲਬ ਇਹੋ ਜਿਹੀ ਪਾੜ ਜਿਹੜੀ ਹੈ ਪਾਈ ਜਾਂਦੇ ਹੈ। ਇਹ ਜਿਹੜੇ ਉੱਥੇ ਖਾਲਿਸਤਾਨ ਦੇ ਚੰਦ ਸਮਰਥਕ ਹੈ, ਸਿੱਖਸ ਬਿਲਕੁਲ ਵੀ ਖਾਲਿਸਤਾਨ ਦੇ ਫੇਵਰ 'ਚ ਇੰਨੇ ਨਹੀਂ ਹੈ। 95% ਤੋਂ ਵੱਧ ਸਿੱਖਸ ਜਿਹੜੇ ਹੈ ਦੇ ਆਰ ਵੈਰੀ ਮੱਚ ਨੈਸ਼ਨਲਿਸਟਿਕ, ਅਤੇ ਲੇਕਿਨ ਜਿਹੜੇ 5% 4% ਦੇ ਬੰਦੇ ਖਾਲਿਸਤਾਨ ਨੂੰ ਸਮਰਥਕ ਹੈਗੇ, ਉਹਨਾਂ ਨੇ ਇੰਨੀ ਪਾੜ ਪਾਤੀ ਹੈ ਕਿ ਜਿਹੜੀ ਕਿ ਸਾਡੇ ਪੰਜਾਬੀਜ਼ ਨੂੰ ਸਪੈਸ਼ਲੀ ਅਤੇ ਇੰਡੀਅਨਜ਼ ਨੂੰ ਇਨ ਜਨਰਲ, ਜਿਹੜੇ ਕੈਨੇਡਾ ਦੇ ਵਿੱਚ ਸੈਟਲਡ ਹੈ, ਉਹਨਾਂ ਦੀ ਲਾਈਫ ਹੀ ਡੇਂਜਰ 'ਚ ਆ ਗਈ। ਅੱਛਾ, ਜੇ ਹੁਣ ਦੇਖੋ ਮੈਕਸੀਮਮ ਮੋਦੀ ਸਾਹਿਬ ਦਾ ਵੀ ਜਿਹੜਾ ਦੇਖੋ ਤੁਸੀਂ, ਉਹਨਾਂ ਨੇ ਆਰਡਰ ਕਰਤਾ ਕਿ ਨੋ ਵੀਜ਼ਾ ਵੁੱਡ ਬੀ ਗਰੰਟਿਡ ਟੂ ਐਨੀ ਕੈਨੇਡੀਅਨ। ਇਹ ਇੱਕ ਬਹੁਤ ਹੀ ਸਖਤ ਕਦਮ ਹੈ। ਇੰਨਾ ਸਖਤ ਕਦਮ ਸਾਨੂੰ ਚੱਕਣਾ ਨਹੀਂ ਚਾਹੀਦਾ, ਅਤੇ ਸਾਨੂੰ ਮੇਰੇ ਮੁਤਾਬਕ ਤਾਂ ਦੋਨੋਂ ਗੌਰਮੈਂਟਾਂ ਨੂੰ, ਦੋਨੋਂ ਧਿਰਾਂ ਨੂੰ ਆਪਸ 'ਚ ਬੈਠ ਮਿਲ ਕੇ ਗੱਲਬਾਤ ਨੂੰ ਕਲੀਅਰ ਕਰਨਾ ਚਾਹੀਦਾ। ਜੇ ਕਿਸੇ ਦਾ ਕੋਈ ਕਸੂਰ ਹੈ ਉਸ ਦੇ ਖਿਲਾਫ ਐਕਸ਼ਨ ਬਣਦਾ, ਕਾਨੂੰਨੀ ਐਕਸ਼ਨ ਲਿੱਤਾ ਜਾਵੇ। ਅਤੇ ਲੇਕਿਨ ਜਿਹੜੀ ਇਹ ਪਾੜ ਪਾ ਹੈ ਨਾ, ਇਹ ਬਿਲਕੁਲ ਗਲਤ ਹੈ ਅਤੇ ਦੋਨੋਂ ਨੇਸ਼ਨਸ ਦੇ ਇੰਟਰਸਟ ਦੇ ਖਿਲਾਫ ਜਾਂਦੀ ਹੈ। ਸਾਡਾ ਬਿਲੀਅਨਜ਼ ਐਂਡ ਬਿਲੀਅਨਜ਼ ਦਾ ਟ੍ਰੇਡ ਆਪਸ 'ਚ ਕੈਨੇਡਾ ਨਾਲ ਹੈਗਾ। ਈਵਨ ਸੋ ਮਚ ਸੋ, ਮੈਨੂੰ ਕੱਲ੍ਹ ਹੁਣ ਪਤਾ ਲੱਗਿਆ ਕਿ ਸਾਡੀਆਂ ਇੰਡੀਆ ਦੀਆਂ ਸਬਜ਼ੀਆਂ, ਦਾਲ ਜਿਹੜੀ ਉੱਥੇ ਖਾਂਦੇ ਸੀ, ਉਹ ਸਬਜ਼ੀ ਦਾਲ ਨਹੀਂ ਉਹਨਾਂ ਨੂੰ ਮਿਲਣੀ ਬੰਦ ਹੋ ਗਈ ਹੈ। ਤੁਸੀਂ ਦੇਖੋ ਨਾ ਕਿੰਨਾ ਇਫੈਕਟ ਉਹਨਾਂ ਦਾ ਜਨਰਲ ਲਾਈਫ 'ਤੇ ਇਨ ਜਨਰਲ ਪਏਗਾ। ਇੱਕ ਸਵਾਲ ਮੇਰਾ ਸੀਗਾ, ਜੋ ਵੀ ਬਿਆਨਬਾਜ਼ੀ ਹੋ ਰਹੀ ਸੀਗੀ ਇੰਟਰਨਲ ਸੀਗਾ, ਦੋ ਦੇਸ਼ਾਂ ਦੀ ਵੱਡੀਆਂ ਗੱਲਾਂ ਸੀਗੀਆਂ ਇਹ, ਕਿ ਇਹਨਾਂ ਨੂੰ ਪਬਲਿਕਲੀ ਲੈ ਕੇ ਆਉਣਾ ਜ਼ਰੂਰੀ ਸੀਗਾ? ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਐਡੀ ਵੱਡੀ ਗੱਲ ਜਿਹੜੀ ਉਹਨਾਂ ਨੇ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਕਹਿਤੀ, ਜਿਹਨੂੰ ਕਿ ਅਪੋਜੀਸ਼ਨ ਉੱਥੇ ਕੈਨੇਡਾ ਦੀ ਨੇ ਵੀ ਬੜਾ ਚੈਲੰਜ ਕੀਤਾ। ਈਵਨ ਰਵੀ ਸੋਹਤਾ MP ਹੋ, ਜਿਹੜੇ ਮਿਸਟਰ ਸ਼ਰਮਾ MP ਹੈ, ਉਹਨਾਂ ਦੀ ਪਾਰਟੀ ਦੇ MPs ਨੇ ਵੀ ਉਹਨਾਂ ਨੂੰ ਬੜਾ ਕ੍ਰਿਟਿਸਾਈਜ਼ ਕੀਤਾ ਕਿ ਤੁਹਾਨੂੰ ਐਡਾ ਵੱਡਾ ਸਟੈਪ ਨਹੀਂ ਲੈਣਾ ਚਾਹੀਦਾ। ਜਦੋਂ ਤੱਕ ਤੁਹਾਡੇ ਕੋਲ ਕੋਈ ਠੋਸ ਸਬੂਤ ਨਹੀਂ ਆਉਂਦਾ ਸੀ, ਯੂ ਸ਼ੁਡ ਨਾਟ ਹੈਵ ਕ੍ਰਾਸ ਦੀ ਲਿਮਿਟਸ। ਤੁਸੀਂ ਦੇਖੋ, ਉਹਨਾਂ ਨੇ ਹੁਣ UN 'ਚ ਵੀ ਜਾਣ ਦੀ ਕੋਸ਼ਿਸ਼ ਕੀਤੀ, ਜਿੱਥੇ ਕਿ ਉਹਨਾਂ ਨੂੰ ਕੋਈ ਸਪੋਰਟ ਨਹੀਂ ਮਿਲੀ। G7 'ਚ ਵੀ ਉਹਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਸਪੋਰਟ ਨਹੀਂ ਮਿਲੀ। ਕੋਈ ਵੀ ਕੰਟਰੀ ਭਾਰਤ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਹੈ। ਲੇਕਿਨ ਇਹੋ ਜਿਹੀ ਸਟੇਜ 'ਤੇ ਜਦੋਂ G20 ਬੜਾ ਕਾਮਯਾਬ ਕਾਨਫਰੰਸ ਹੋ ਕੇ ਹਟੀ ਹੈ, ਅਤੇ ਜਸਟਿਨ ਟਰੂਡੋ ਦਾ ਇਹੋ ਜਿਹਾ ਐਕਸ਼ਨ ਲੈਣਾ ਕੋਈ ਬਹੁਤਾ ਜ਼ਿਆਦਾ ਸਹੀ ਨਹੀਂ ਹੈ। ਇਹ ਗੱਲ ਜਿਹੜੀ ਹੈਗੀ ਇੰਟਰਨਲੀ ਵੀ ਹੋ ਸਕਦੀ ਸੀਗੀ, ਬਹਿ ਕੇ ਏਜੰਸੀਆਂ ਨਾਲ ਗੱਲ ਹੋ ਸਕਦੀ ਸੀ, ਜਾਂ ਕੋਈ ਗੱਲ ਬਿਲਕੁਲ ਜਿਹੜੀ ਆਪਸ 'ਚ ਬੈਠ ਕੇ ਸੀਕਰਟ ਤੌਰ 'ਤੇ ਨਜਿੱਠਦੇ। ਜੇ ਉਹਨਾਂ ਨੂੰ ਕਿਸੇ 'ਤੇ ਸ਼ੱਕ ਸੀ, ਉਹਦਾ ਗੌਰਮੈਂਟ ਡਿਪਲੋਮੈਟਿਕ ਚੈਨਲ 'ਚ ਹੈਗੇ, ਗੌਰਮੈਂਟ ਟੂ ਗੌਰਮੈਂਟ ਗੱਲ ਕਰਦੇ, ਅਤੇ ਇਹ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ ਸੀ, ਅਤੇ ਦੋਨੋਂ ਕੰਟਰੀ ਦੇ ਇੰਟਰਸਟ ਦੇ ਖਿਲਾਫ ਹੈ।
ਸਤਨਾਮ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਕਿੱਥੇ ਹੱਲ ਕਰਨਾ ਚਾਹੀਦਾ ਹੈ, ਕਿਉਂਕਿ ਇਹ ਮਾਮਲਾ ਜਿਹੜਾ ਹੈਗਾ ਵਧੇ ਨਾ ਘਟੇ, ਜਿਹਦੇ ਕਰਕੇ ਦੋਨੇ ਦੇਸ਼ਾਂ ਦਾ ਭਲਾ ਹੋਵੇ? ਦੇਖੋ ਹੁਣ ਇਹਨਾਂ ਦਾ ਮਾਮਲਾ ਕਾਫੀ ਭਖਿਆ ਪਿਆ, ਫਿਰ ਵੀ ਕਿਉਂਕਿ ਜੇ ਵੱਧ ਵੀ ਜਾਵੇ ਤੇ ਹੱਲ ਤੇ ਬੈਠ ਕੇ ਹੀ ਹੋਣਾ ਹੁੰਦਾ। ਇਹਨਾਂ ਦੋਨਾਂ ਦੇਸ਼ਾਂ ਨੂੰ ਬੈਠ ਕੇ ਜਿਹੜਾ ਵਾ ਹੱਲ ਕੱਢਣਾ ਚਾਹੀਦਾ, ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਰਾਈਟ ਆ ਬਹੁਤ ਜ਼ਿਆਦਾ ਜੁੜੇ ਆ ਕੈਨੇਡਾ ਦੇ ਨਾਲ ਇਮੋਸ਼ਨਲੀ ਕਿ ਸਾਰਿਆਂ ਦੇ, ਮੈਂ ਦੱਸਿਆ ਵੀ ਹਰ ਘਰ ਛੱਡ ਕੇ, ਤਾਂ ਪਾਠਕ ਸਾਹਿਬ ਨੇ ਦੱਸਿਆ ਵੀ ਹਰ ਘਰ ਛੱਡ ਕੇ ਦੂਜਾ ਜਿਹੜਾ ਬੱਚਾ ਆ ਪਰਿਵਾਰ ਉੱਥੇ ਆ, ਜਾਂ ਕਈ ਸਿਟੀਜ਼ਨ ਬਣੇ ਨੇ, ਕੋਈ ਪੀਆਰ ਨੇ, ਇਸ ਟਾਈਪ ਦਾ ਹੈਗਾ। ਕਿਉਂਕਿ ਸਾਰੇ ਪੰਜਾਬੀ ਵਰੀਡ ਨੇ, ਅਤੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੀ ਤਾਂ ਅਪੀਲ ਹੀ ਹੈ ਵੀ ਬੈਠ ਕੇ ਜਿਹੜਾ ਇਹ ਮਸਲਾ ਉਹ ਸੋਲਵ ਕਰ। ਸੋ ਇਹ ਸੀਗੇ ਸਤਨਾਮ ਸਿੰਘ ਧਾਲੀਵਾਲ ਜੀ ਅਤੇ ਅਸ਼ੋਕ ਜੀ ਐਡਵੋਕੇਟ ਪਾਠਕ ਜੀ ਹੈ। ਅਤੇ ਇਹ ਦੋਨਾਂ ਦੀ ਜਿਹੜੀ ਐਡਵਾਈਸ ਹੈਗੀ ਹੈ, ਜਿਹੜੀ ਭਾਰਤ ਦੇਸ਼ ਅਤੇ ਕੈਨੇਡਾ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਚੀਫ ਨੇ, ਜਿਹੜੇ ਪ੍ਰਮੋਟ ਕਰਦੇ ਨੇ, ਨੇਤਰਤਵ ਕਰਦੇ ਨੇ ਆਪਣੇ ਆਪਣੇ ਦੇਸ਼ ਦਾ, ਉਹਨਾਂ ਨੂੰ ਐਡਵਾਈਸ ਹੈਗੀ ਹੈ ਵੀ ਦੋਨੇ ਦੇਸ਼ਾਂ ਦੀ ਭਲਾਈ ਨੂੰ ਲੈ ਕੇ ਕੰਮ ਕੀਤਾ ਜਾਵੇ। ਇੰਟਰਨਲੀ ਬਹਿ ਕੇ ਗੱਲ ਨੂੰ ਨਿਪਟਾ ਕੇ ਇਹਨੂੰ ਖਤਮ ਕੀਤਾ ਜਾ ਸਕਦਾ ਹੈਗਾ, ਅੱਗੇ ਨਾ ਵਧਾਇਆ ਜਾਏ। ਕਿਉਂਕਿ ਆਮ ਜਨਤਾ ਜਿਹੜੀ ਹੈਗੀ ਹੈ, ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਜਾਂ ਕੈਨੇਡਾ ਜਾਣ ਦੀ ਸੋਚ ਰਹੇ ਨੇ ਪੰਜਾਬੀ, ਜਾਂ ਹੋਰ ਲੋਕ ਕੋਈ ਉੱਥੇ ਬਿਜ਼ਨਸ ਕਰਨਾ ਚਾਹੁੰਦੇ ਨੇ, ਉਹਨਾਂ ਦੇ ਕਿਤੇ ਨਾ ਕਿਤੇ ਇਮੋਸ਼ਨਸ ਜੁੜੇ ਹੋਏ ਨੇ, ਅਤੇ ਉਹ ਇਸ ਚੀਜ਼ ਤੋਂ ਬਹੁਤ ਹੀ ਡਰੇ ਹੋਏ ਨੇ। ਮੈਂ ਅਜੇ ਜੀ ਗੱਲ ਕਰਦਾ, ਅਸੀਂ ਜਦੋਂ ਗਰਾਊਂਡ ਲੈਵਲ ਦੇ ਮਤਲਬ ਜਿਹੜੇ ਆ ਹਾਲਾਤਾਂ ਨੂੰ ਦੇਖਦੇ ਹਾਂ, ਕਈ ਬੱਚੇ ਜਿਹੜੇ ਆ ਮਾਂ ਪਿਓ ਨੇ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਵਿਆਜੀ ਚੱਕ ਕੇ ਪੈਸੇ ਜਿਹੜੇ ਆ ਉਹ ਮਤਲਬ ਭਰ ਕੇ ਉਹਨਾਂ ਦੇ ਪੜ੍ਹਾਈਆਂ ਦੇ ਖਰਚੇ ਭੇਜੇ ਆ। ਜੇ ਉਹ ਅੱਜ ਦੀ ਡੇਟ 'ਚ ਉਹ ਖਰਾਬ ਹੁੰਦੇ ਆ, ਉਹਨਾਂ ਦਾ ਕੋਈ ਫਿਊਚਰ ਜਾਂ ਕੋਈ ਉਸ ਤਰ੍ਹਾਂ ਦੇ ਹੁੰਦੇ, ਅਤੇ ਉਹਨਾਂ ਦੇ ਬੱਚਿਆਂ 'ਤੇ ਜਾਂ ਮਾਂ ਪਿਓ 'ਤੇ ਕੀ ਬੀਤੂਗਾ, ਈਵਨ ਸੁਸਾਈਡ ਕਰਨ ਦੀਆਂ ਸੋਚਣਗੇ। ਇਸ ਕਰਕੇ ਜਿਹੜੇ ਆਪਣੇ ਪ੍ਰਧਾਨ ਮੰਤਰੀ, ਜਿਹੜੀ ਸਰਕਾਰ ਆ, ਉਹ ਲੋਕਾਂ ਦੀ ਆ ਅਤੇ ਲੋਕਾਂ ਵਾਸਤੇ ਆ। ਲੋਕਾਂ ਦੇ ਇੰਟਰਸਟ ਦੇ ਵਿੱਚ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ ਸੋਚ ਕੇ ਇਹ ਬਹਿ ਕੇ ਮਸਲਾ ਜਿਹੜਾ ਹੱਲ ਕਰਨ ਦੀ ਲੋੜ। ਕਹਿਣਾ ਮਤਲਬ ਵੀ ਹਿਊਮਨ ਰਾਈਟਸ ਦੀ ਜੇ ਗੱਲ ਕਰੀਏ ਵੀ ਮਨੁੱਖੀ ਅਧਿਕਾਰਾਂ ਦੀ, ਅਤੇ ਮਨੁੱਖਾਂ ਵਾਸਤੇ ਹੀ ਸੋਚਿਆ ਜਾਵੇ, ਇਹਨੂੰ ਪੋਲੀਟੀਕਲ ਮੁੱਦਾ ਨਾ ਬਣਾਇਆ ਜਾਵੇ। ਸਤਨਾਮ ਸਿੰਘ ਧਾਲੀਵਾਲ ਜੀ ਦਾ ਅਤੇ ਪਾਠਕ ਸਾਹਿਬ ਦਾ, ਐਡਵੋਕੇਟ ਜੀ ਦਾ ਇਹੀ ਕਹਿਣਾ ਹੈਗਾ। ਅੱਗੇ ਮਿਲਦੇ ਹਾਂ ਨਵੇਂ ਮੁੱਦੇ ਦੇ ਨਾਲ। ਤੁਸੀਂ ਦੇਖਦੇ ਰਹੋ ਹਿਊਮਨ ਰਾਈਟ ਬੁਲੇਟਿਨ।